सिखो शब्द प्यारियो जन्म मरण की टेक। मुख उज्जल सदा सुखे नानक सिमरत एक। सिमरो सिमर सिमर सुख पावो काल कलेश तन माहे मिटावो। वाहिगुरु साहिब दियो धनासरी महला पंजवा पर दूजा चौपदी। एक ओंकार सतगुर प्रसाद छोड़ जाहे से करे परालो काम न आवे से जंजाल। छोड़ जाहे से करे पराल काम न आवे से जंजाल। संग न चले तिन स्यो हीत जो वैराई से मीत। ऐसे परम भुले संसारा जन्म पदार्थ कोई गवारा। रहाओ साच धर्म नहीं पावै डिठा झूठ तो स्यो रच्यो मीठा। दात प्यारी विसरिया करो जाने नहीं मरण बेचारा। बस्त पराई को ठरोवे कर्म धर्म सगलाई कोवै। हुक्म न बूझे आवण जाने पाप करे ता पछुताने। जो तुध पावै सो परवान तेरे पाणे नो कुर्बान। नानक गरीब बंदा जन तेरा राख ले साहिब प्रभ मेरा। नानक गरीब बंदा जन तेरा राख ले साहिब प्रभ मेरा। वाहिगुरु 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 वाहिगुरु। वाहिगुरु जी परम सन्मान अते सत्कारयोग गुरु की साजी निवाजी गुरु का खास रूप खालसा साध संगत जी बड़भागे हो जो ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਹੋ। ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੋ। ਤਨ ਦੇਹੀ ਕਰਕੇ ਸੇਵਾ ਮਨ ਕਰਕੇ ਸਿਮਰਨ ਭਾਵ ਤਨ ਮਨ ਧਨ ਨਾਲ ਸੇਵਾ ਕਰਕੇ ਸਮੇਂ ਦਾ ਲਾਹਾ ਲੈਂਦੇ ਹੋ। ਕੋਟਾਨ ਕੋਟ ਧੰਨਵਾਦ ਚਵਰ ਛਤਰ ਤਖਤ ਦੇ ਮਾਲਿਕ ਸਰਬ ਸਾਂਝੇ ਰਹਿਬਰ ਬ੍ਰਹਮੰਡ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ
ਕੋਟਾਨ ਕੋਟ ਧੰਨਵਾਦ ਜਿਨ੍ਹਾਂ ਦੀ ਬੇਅੰਤ ਕਿਰਪਾ ਦਾ ਸਦਕਾ ਸਾਨੂੰ ਇਸ ਵਡਮੁੱਲੇ ਸਮੇਂ ਦੀ ਮਹਾਨ ਅਪਾਰ ਬਖਸ਼ਿਸ਼ ਹੋਈ। ਆਓ ਗੁਰੂ ਪਿਆਰਿਓ, ਗੁਰੂ ਪਾਤਸ਼ਾਹ ਦੀ ਜੋ ਰੋਜ਼ ਸਾਡੇ ਤੇ ਬਖਸ਼ਿਸ਼ ਹੁੰਦੀ ਹੈ, ਪਾਵਨ ਪਵਿੱਤਰ ਬੇਅੰਤ ਬਾਣੀ, ਨਿਤਨੇਮ ਦੇ ਪਾਠ ਉਪਰੰਤ ਹੋਰ ਬਾਣੀਆਂ ਦੇ ਪਾਠ ਜਿਵੇਂ ਸ਼ਬਦ ਹਜ਼ਾਰੇ, ਸ੍ਰੀ ਸੁਖਮਨੀ ਸਾਹਿਬ ਦੀ ਵਿਚਾਰ ਕਥਾ ਚੱਲ ਰਹੀ ਹੈ, ਜਿਹਦੇ ਵਿੱਚ ਜਿੱਥੇ ਪਾਵਨ ਬਾਣੀ ਦੀ ਪੰਕਤੀ ਦੀ ਵਿਚਾਰ, ਉੱਥੇ ਪੰਕਤੀ ਦੇ ਨਾਲ ਮੇਲ ਜੋਲ ਖਾਂਦੇ ਜਾਂ ਸੁਧਾਰਕ ਸਾਖੀਆਂ ਵੀ ਨਾਲ ਸਰਵਣ ਕਰਦੇ ਹੋ। ਬਹੁਤ ਵਧੀਆ ਟੀਕਾਕਾਰ ਨੇ ਟੀਕਾ ਕੀਤਾ ਸ੍ਰੀ ਸੁਖਮਨੀ ਸਾਹਿਬ ਦਾ, ਜੋ ਆਪ ਜੀ ਤਕਰੀਬਨ ਅੱਧਾ ਪੌਣਾ ਘੰਟਾ ਆਪਣੇ ਹੁਕਮਨਾਮਾ ਸਾਹਿਬ ਦੀ ਵਿਚਾਰ ਤੋਂ ਪਹਿਲਾਂ ਆਨੰਦ ਮਾਣਦੇ ਹੋ, ਤੇ ਸੰਗਤ ਜੀ ਰਹਿੰਦਾ ਸਮਾਂ ਹੁਕਮਨਾਮਾ ਸਾਹਿਬ ਦੀ ਵਿਚਾਰ ਕਰਕੇ ਅਰਦਾਸ ਬੇਨਤੀ ਦੇ ਵਿੱਚ ਆਪ ਬੜੀ ਸ਼ਰਧਾ ਭਾਵਨਾ ਤੇ ਪ੍ਰੇਮ ਸਤਿਕਾਰ ਨਾਲ ਗੁਰੂ ਘਰ ਪਹੁੰਚ ਕੇ ਜਿੱਥੇ ਗੁਰਬਾਣੀ ਸੁਣਦੇ ਹੋ, ਉੱਥੇ ਸੇਵਾ ਵੀ ਕਰਦੇ ਹੋ। ਜਿੱਥੇ ਸੇਵਾ ਕਰਦੇ ਹੋ, ਉੱਥੇ ਆਪਣੀ ਕਿਰਤ ਕਮਾਈ ਨੂੰ ਸਫਲਾ ਕਰਦੇ ਹੋਏ ਨੰਬਰਵਾਰ ਜੋ ਦੇਖਾ ਹੈ, ਉਹਨਾਂ ਦੇ ਵਿੱਚ ਵੀ ਆਪਣੇ ਨਾਮ ਲਿਖਵਾ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀ ਦੁੱਖ ਸੁੱਖ ਦੀ ਅਰਦਾਸ ਕਰਵਾਉਂਦੇ ਹੋ। ਆਓ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਪਾਂ ਅਰਦਾਸ ਕਰ ਲਈਏ, ਗੁਰੂ ਪਾਤਸ਼ਾਹ ਤੋਂ ਆਗਿਆ ਲੈ ਲਈਏ। ਪਾਤਸ਼ਾਹ ਜੀ, ਤੁਹਾਡਾ ਹੁਕਮ ਹੈ ਜੋ ਅੰਮ੍ਰਿਤ ਵੇਲੇ ਦਾ, ਉਸ ਦੀ ਵਿਚਾਰ ਅਸੀਂ ਆਰੰਭ ਕਰ ਰਹੇ ਹਾਂ। ਅਸੀਂ ਆਪ ਜੀ ਦੇ ਪਾਵਨ ਦਰਬਾਰ ਵਿੱਚ ਜਿਤਨੇ ਵੀ ਸਤਸੰਗੀ ਹਾਂ, ਪਾਤਸ਼ਾਹ ਜੀ ਕਿਰਪਾ ਕਰਿਓ, ਸਾਡੇ ਸੀਸ ਤੇ ਮੇਰਾ ਭਰਿਆ ਹੱਥ ਰੱਖ ਕੇ ਸਾਨੂੰ ਬਾਣੀ ਸੁਣਨ ਦੀ, ਬਾਣੀ ਸੁਣ ਕੇ ਸਮਝਣ ਦੀ ਤੇ ਗੁਰਬਾਣੀ ਦੇ ਮੁਤਾਬਿਕ ਚੱਲਣ ਦੀ, ਜੀਵਨ ਜਿਉਣ ਦੀ ਸੱਚੇ ਪਾਤਸ਼ਾਹ ਜੀ ਜਾਚ ਬਖਸ਼ਿਓ। ਇਤਨੀਆਂ ਬੇਨਤੀਆਂ ਕਰਦੇ ਹੋਏ ਗੁਰੂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰੀਏ ਤੇ ਆਪਣੀ ਮੁਬਾਰਕ ਰਸਨਾ ਨੂੰ ਪਵਿੱਤਰ ਕਰੀਏ। ਪ੍ਰੇਮ ਸਤਿਕਾਰ ਦੇ ਨਾਲ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਉਸ ਪਰਮ ਪਿਤਾ ਪਰਮਾਤਮਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਖੁਦ ਨਿਰੰਕਾਰ, ਖੁਦ ਖੁਦਾ, ਖੁਦ ਆਪ ਪਰਮੇਸ਼ਰ ਇਸ ਸੰਸਾਰ ਵਿੱਚ ਆਏ ਤੇ ਇਸ ਜਗਤ ਜਲੰਦੇ ਨੂੰ ਠਾਰਿਆ, ਇਸ ਜਗਤ ਜਲੰਦੇ ਨੂੰ ਸੇਧ ਦਿੱਤੀ। ਜਗਤ ਜਲੰਦੇ ਦੇ ਵਿੱਚੋਂ ਪਾਪਾਂ ਨੂੰ ਮਿਟਾ ਕੇ ਪਾਤਸ਼ਾਹ ਨੇ ਧਰਮ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਧਰਮ ਦੀ ਗੱਲ ਸਮਝਾਈ। ਪਾਤਸ਼ਾਹ ਨੇ ਜੋ ਅੱਜ ਅਸੀਂ ਹੁਕਮਨਾਮੇ ਦੇ ਵਿੱਚ ਸ਼ਬਦ ਸਰਵਣ ਕੀਤਾ ਹੈ, ਇਸ ਪਾਵਨ ਸ਼ਬਦ ਨੂੰ ਜਦੋਂ ਉਚਾਰਨ ਕੀਤਾ ਹੋਵੇਗਾ, ਜਿਹਦੇ ਬਾਬਤ ਕੀਤਾ ਹੋਵੇਗਾ, ਤੇ ਉਸ ਮਨੁੱਖ ਦਾ ਹਿਰਦਾ ਧੰਨ 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 ਹੋ ਗਿਆ ਹੋਵੇਗਾ। ਤੇ ਕਿਉਂ ਨਹੀਂ ਉਸ ਮਨੁੱਖ ਦਾ ਜੀਵਨ ਬਦਲਿਆ ਹੋਵੇਗਾ। ਹੋ ਸਕਦਾ ਗੁਰੂ ਪਾਤਸ਼ਾਹ ਨੇ ਇਹ ਸ਼ਬਦ ਸੱਜਣ ਠੱਗ ਦੇ ਬਾਬਤ ਉਹਦੇ ਪਰਥਾਏ ਉਚਾਰਨ ਕੀਤਾ ਹੋਵੇ, ਤੇ ਅਸੀਂ ਇਹ ਨਾ ਸਮਝਿਆ ਕਰੀਏ ਵੀ ਇਹ ਸਾਖੀ ਜਾਂ ਇਹ ਗੁਰਬਾਣੀ ਪਾਤਸ਼ਾਹ ਨੇ ਕਿਸੇ ਦੇ ਖਾਤਰ ਉਚਾਰਨ ਕੀਤੀ ਸੀ ਤੇ ਉਹਦਾ ਭਲਾ ਹੋ ਗਿਆ। ਅਸੀਂ ਵੀ ਸੰਗਤ ਜੀ ਜਾਣੇ ਅਣਜਾਣੇ ਜੀਵਨ ਵਿੱਚ
कितने पाप रोज करते हैं। ਜਿਹੜੀ ਗੱਲ ਦੀ ਤੇ ਸਾਨੂੰ ਸਮਝ ਆ ਗਈ ਵੀ ਅਸੀਂ ਜਾਣ ਬੁੱਝ ਕੇ ਕਿਸੇ ਦੇ ਛੁਰੀ ਮਾਰੀਏ ਤੇ ਅਸੀਂ ਕਹਿੰਦੇ ਆ ਵੀ ਪਾਪ, ਤੇ ਜੇ ਅਣਜਾਣ ਪੁਣੇ ਵਿੱਚ ਵੀ ਆਪਾਂ ਛੁਰੀ ਮਾਰੀ ਹੈ ਅਚਨਚੇਤ ਤੇ ਪਾਪ ਤੇ ਉਹ ਵੀ ਹੈ। ਪਰ ਗੱਲ ਇਹ ਹੈ ਵੀ ਇੱਕ ਜਾਣ ਬੁੱਝ ਕੇ ਗਲਤੀ ਕਰਨੀ ਉਹ ਨਾ ਬਖਸ਼ਣਯੋਗ ਹੈ, ਇੱਕ ਅਚਨਚੇਤ ਅਣਜਾਣ ਪੁਣੇ ਵਿੱਚ ਗਲਤੀ ਹੋ ਜਾਣੀ ਉਹ ਬਖਸ਼ਣਯੋਗ ਹੈ। ਭੁੱਲਾਂ ਨੂੰ ਬਖਸ਼ਿਆ ਜਾਂਦਾ ਹੈ, ਪਰ ਸੰਗਤ ਜੀ ਜਾਣ ਬੁੱਝ ਕੇ ਕੀਤੀਆਂ ਭੁੱਲਾਂ ਨਹੀਂ ਬਖਸ਼ੀਆਂ ਜਾਂਦੀਆਂ। ਇੱਕ ਬੰਦਾ ਰੋਜ਼ ਪਾਪ ਕਰਦਾ ਹੈ, ਮਾਫੀ ਮੰਗ ਲੈਂਦਾ ਹੈ, ਰੋਜ਼ ਕਿਸੇ ਦਾ ਦਿਲ ਦੁਖਾਉਂਦਾ ਹੈ, ਮਾਫੀ ਮੰਗ ਲੈਂਦਾ ਹੈ। ਜਿਵੇਂ ਕਿਸੇ ਨੇ ਕਿਹਾ ਸੀ, ਕਹਿੰਦਾ ਮੰਦਰ ਤੋੜੋ, ਮਸਜਿਦ ਤੋੜੋ, ਸਭ ਕੁਝ ਤੋੜ ਦਿਓ, ਪਰ ਅਸਲ ਜਿੱਥੇ ਰੱਬ ਵਸਦਾ ਉਹ ਜਗ੍ਹਾ ਨਾ ਤੋੜੋ। ਉਹ ਜਗ੍ਹਾ ਹੈ ਬੰਦੇ ਦਾ ਦਿਲ, ਬੰਦੇ ਦਾ ਹਿਰਦਾ। ਕਿਸੇ ਜੁੜੇ ਹੋਏ ਨੂੰ ਨਾ ਤੋੜੋ, ਭਾਵੇਂ ਉਹ ਕਿਸੇ ਧਰਮ ਦਾ ਵੀ ਹੈ, ਕਿਸੇ ਵੀ ਧਰਮ ਵਿੱਚ ਰਹਿ ਰਿਹਾ, ਕਿਸੇ ਦਾ ਦਿਲ ਦੁਖੀ ਨਾ ਕਰੋ। ਆਪਣੇ ਸੁੱਖਾਂ ਵਾਸਤੇ ਕਿਸੇ ਦੂਸਰੇ ਨੂੰ ਦੁਖੀ ਨਾ ਕਰੋ। ਸਮਝੋ ਫਿਰ ਅਸੀਂ ਉਹ ਸੁੱਖ ਲੈ ਕੇ ਵੀ ਬਹੁਤੀ ਦੇਰ ਸੁਖੀ ਨਹੀਂ ਰਵਾਂਗੇ, ਤੇ ਦੂਸਰੀ ਗੱਲ ਅਸੀਂ ਭਾਵੇਂ ਕਿਸੇ ਨੂੰ ਦੁਖੀ ਕਰਕੇ ਖੁਸ਼ ਹੋ ਰਹੇ ਹਾਂ, ਤੇ ਜਿਹਨੂੰ ਦੁਖੀ ਕਰ ਰਹੇ ਹੈ ਉਹ ਦੁੱਖ ਦੇ ਵਿੱਚ ਚੀਕਾਂ ਮਾਰਦਾ ਹੈ, ਉਹ ਕੁਰਲਾਉਂਦਾ ਹੈ। ਤੇ ਯਾਦ ਰੱਖਿਓ, ਜਿਸ ਦਿਨ ਉਸ ਚੁੱਪ ਜਾਂ ਉਸ ਦੇ ਉਸ ਕੁਰਲਾਉਣੇ ਨੇ ਗੁਰੂ ਨਾਨਕ ਦੇਵ ਦੇ ਘਰੇ ਆਵਾਜ਼ ਪਹੁੰਚਾ ਦਿੱਤੀ ਨਾ, ਤੇ ਇਹ ਸਮਝ ਲਿਓ ਵੀ ਫਿਰ ਲਾਠੀ ਦੀ ਆਵਾਜ਼ ਨਹੀਂ ਆਉਣੀ, ਤੇ ਚੀਕਾਂ ਬੜੀ ਦੂਰ ਸੁਣਦੀਆਂ ਹੁੰਦੀਆਂ, ਕੁਰਲਾਟ ਬੜੀ ਦੂਰ ਸੁਣਦਾ ਹੁੰਦਾ। ਇਸ ਕਰਕੇ ਗੁਰੂ ਪਾਤਸ਼ਾਹ ਨੇ ਤੇ ਸਾਨੂੰ ਇਹਨਾਂ ਚਤੁਰਾਈਆਂ ਚਲਾਕੀਆਂ ਨੂੰ ਛੱਡਣ ਦਾ ਹੁਕਮ ਕੀਤਾ ਹੈ। ਕਹਿੰਦੇ ਜੇ ਚਤੁਰਾਈਆਂ ਤੇ ਚਲਾਕੀਆਂ ਕਰਨੀਆਂ ਨੇ ਤਾਂ ਫਿਰ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੋਣਾ। ਕਿਉਂ? ਪਾਤਸ਼ਾਹ ਨੇ ਲਿਖ ਕੇ ਦਿੱਤਾ, ਚਤੁਰਾਈ ਕਿਹਨਾਂ ਨਾ ਪਾਇਆ, ਚਤੁਰਾਈਆਂ ਦੇ ਨਾਲ ਕਿਸੇ ਨੇ ਵੀ ਰੱਬ ਨੂੰ ਨਹੀਂ ਪਾਇਆ। ਚਤੁਰ ਚਲਾਕੀ ਦੇ ਨਾਲ ਪਰਮਾਤਮਾ ਦੇ ਨਾਲ ਕਿਸੇ ਦਾ ਵੀ ਮਿਲਾਪ ਨਹੀਂ ਹੋਇਆ। ਤੇ ਜੇ ਮਿਲਾਪ ਹੋਇਆ ਤੇ ਪਾਤਸ਼ਾਹ ਨੇ ਲਿਖ ਕੇ ਦਿੱਤਾ, ਕਹਿੰਦੇ ਭੋਲੇ ਭਾਏ ਮਿਲੈ ਰਘੁਰਾਇਆ। ਉਸ ਪਰਮਾਤਮਾ ਦਾ ਮਿਲਾਪ ਜੀ ਹੋਇਆ ਭੋਲੇ ਭਾਲੇ, ਭਾਵ ਚੰਗੇ ਤੇ ਸਿੱਧੇ ਸੁੱਚੇ ਕਰਮਾਂ ਦੇ ਨਾਲ, ਚੰਗੇ ਕਰਮਾਂ ਦੇ ਨਾਲ। ਕਰਮ ਹੁਣ ਇਹ ਨਹੀਂ ਵੀ ਕੋਈ ਲਿਖੇ ਹੀ, ਕਰਮ ਅਸੀਂ ਆਪਣੇ ਆਪ ਬਣਾਉਣੇ ਨਹੀਂ। ਹੁਣ ਕਰਮ ਬਣਾਉਣ ਦੀ ਗੱਲ ਇੱਕ ਛੋਟੀ ਜਿਹੀ ਉਦਾਹਰਣ ਹੀ ਆਪਾਂ ਲਾ ਲਈਏ ਵੀ ਅਸੀਂ ਪਰਿਵਾਰ ਦੇ 6 ਜੀ ਹਾਂ, ਗੁਰਦੁਆਰਾ ਸਾਹਿਬ ਰਹਿੰਦੇ ਹਾਂ। ਹੁਣ ਜੇ ਇਹ ਸੋਚੀਏ ਵੀ ਡਿਊਟੀ ਤੇ ਇਕੱਲੇ ਗ੍ਰੰਥੀ ਨੂੰ ਮਿਲੀ ਹੈ ਨਾ, ਬਾਕੀ ਪਰਿਵਾਰ ਅੱਧੀ ਰਾਤ ਕਿਉਂ ਉੱਠੇ? ਉਹ ਤੇ 6 ਵਜੇ ਉੱਠੇ, ਨਿਤਨੇਮ ਤੇ ਇੱਕ ਜਣਾ ਕਰ ਲੂਗਾ, ਅਰਦਾਸ ਹੋ ਜੂਗੀ, ਸੰਗਤ ਪ੍ਰਸ਼ਾਦ ਲੈ ਜੂਗੀ, ਪਰ ਬਾਕੀ ਜੀ ਤਨਖਾਹ ਤੇ ਨਹੀਂ ਲੈਂਦੇ। ਬਾਕੀ ਜੀਆਂ ਦਾ ਫਰਜ਼ ਹੈ ਵੀ ਅਸੀਂ ਗੁਰੂ ਦੇ ਦਰ ਦੇ ਗੋਲੇ ਹਾਂ, ਗੁਰੂ ਦੇ ਚਾਕਰ ਆ, ਤੇ ਗੁਰੂ ਦੀ ਚਾਕਰੀ ਵਾਸਤੇ, ਆਪਣੇ ਜੀਵਨ ਦੇ ਭਲੇ ਵਾਸਤੇ ਅੰਮ੍ਰਿਤ ਵੇਲੇ ਜਾਗ ਪੈਣਾ। ਤੇ ਬਹੁਤਾ ਸੌਂ ਕੇ ਕੋਈ ਜ਼ਿਆਦਾ ਵਾਧਾ ਨਹੀਂ ਹੁੰਦਾ, ਬਹੁਤਾ ਸੌਂ ਕੇ ਕੋਈ ਪ੍ਰਾਪਤੀਆਂ ਨਹੀਂ ਹੁੰਦੀਆਂ। ਸਰੀਰ ਨੂੰ ਚੰਗੀ ਨੀਂਦ ਆ ਜਾਏ ਤੇ 5-6 ਘੰਟੇ ਹੀ ਬਹੁਤ ਆ, ਤੇ ਜੇ ਨੀਂਦ ਨਹੀਂ ਆਈ, ਕਰਵਟਾਂ ਮਾਰਦਿਆਂ ਕਮਾਏ ਹੋਏ ਧਨ ਜਾਂ ਆਉਣ ਵਾਲੇ ਕੱਲ ਜਾਂ ਬੀਤੇ ਹੋਏ ਸਮੇਂ ਦੇ ਵਿੱਚ ਹੀ ਸਮਾਂ ਲੰਘਦਾ ਗਿਆ ਤੇ ਜੀਵਨ ਦੇ ਵਿੱਚ ਕੁਝ ਵੀ ਪ੍ਰਾਪਤ ਨਹੀਂ ਹੋਏਗਾ।
जे कुछ प्राप्त करना है ते पातशाह कहन लगे, जपजी ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਅਸੀਂ ਪੜ੍ਹਦੇ ਆ ਨਾ, ਮੱਤ ਵਿੱਚ ਰਤਨ, ਇਸ ਮੱਤ ਦੇ ਵਿੱਚ ਰਤਨ ਹੀਰੇ ਭਰੇ ਹੋਏ ਨੇ। ਮੱਤ ਵਿੱਚ ਰਤਨ ਜਵਾਹਰ ਮਾਣਿਕ। ਜੇ ਕੋਈ ਮੱਤ ਦਾ ਸਹੀ ਇਸਤੇਮਾਲ ਕਰ ਲਏ, ਆਪਣੀ ਇਸ ਅਕਲ ਦਾ ਸਹੀ ਇਸਤੇਮਾਲ ਕਰ ਲਏ, ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਗੁਰੂ ਦੀ ਇੱਕ ਸਿੱਖਿਆ, ਜਿਵੇਂ ਕਿਣਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਜੇ ਕਿਣਕਾ ਮਾਤਰ ਵੀ ਅਸੀਂ ਆਪਣੇ ਅੰਦਰ ਵਸਾ ਲਈਏ, ਤੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਆਓ ਗੁਰੂ ਪਾਤਸ਼ਾਹ ਦੇ ਇਸ ਮੁਬਾਰਕ ਸ਼ਬਦ ਨਾਲ ਜੁੜੀਏ। ਸ਼ਬਦ ਦੀਆਂ ਪੰਕਤੀਆਂ ਕੁਝ ਯਾਦਾਂ ਨੇ, ਆਪਾਂ ਟੁਕ ਮਾਤਰ ਵਿਚਾਰਾਂ ਕਰਕੇ ਸਮੇਂ ਸਿਰ ਅਰਦਾਸ ਵੱਲ ਵਧੀਏ। ਧਨਾਸਰੀ ਮਹੱਲਾ ਪੰਜਵਾ, ਘਰ ਦੂਜਾ, ਚੌਪਦੀ। ਧਨਾਸਰੀ ਰਾਗ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੇ ਬਾਬਤ ਆਪਾਂ ਕੱਲ ਸੁਣਿਆ। ਤੇ ਸਮੇਂ ਦਾ ਜੇ ਨਜ਼ਾਕਤ ਹੋਵੇ, ਸਮਾਂ ਸਾਥ ਦੇਵੇ, ਤਾਂ ਆਪਾਂ ਥੋੜਾ ਸਮਾਂ ਵਧਾ ਲਵਾਂਗੇ। ਪਰ ਬੱਚਿਆਂ ਦੇ ਪੇਪਰ ਪੜ੍ਹਾਈਆਂ ਕਰਕੇ ਬੱਚੇ ਵੀ ਤੇ ਸਕੂਲੇ ਤੋਰਨੇ ਹੁੰਦੇ ਨੇ, ਤੇ ਰਸਤਿਆਂ ਦਾ ਵੀ ਬੁਰਾ ਹਾਲ ਹੈ, ਜਾਣ ਨੂੰ ਰਸਤੇ ਵੀ ਨਹੀਂ, ਕਿਹੜੇ ਪਾਸੇ ਦੀ ਬੱਚਾ ਜਾਵੇ ਆਵੇ। ਬਹੁਤ ਸਾਰੀਆਂ ਮੁਸੀਬਤਾਂ ਸਮੇਂ ਦੇ ਹਿਸਾਬ ਨਾਲ ਸਾਡੇ ਖਾਤਰ ਖੜੀਆਂ ਹੋ ਰਹੀਆਂ ਨੇ। ਤਾਂ ਸੰਗਤ ਜੀ, ਸੁਰ ਤਾਲ ਦੇ ਦੂਸਰੇ ਘਰ ਵਿੱਚ ਚੌਪਦੀ ਤੋਂ ਭਾਵ ਹੁੰਦਾ ਚਾਰ ਬੰਦਾਂ ਵਾਲੀ ਬਾਣੀ। ਜੇ ਦੋ ਪਦੇ ਪੜ੍ਹਿਆ ਤਾਂ ਦੋ ਬੰਦਾਂ ਵਾਲੀ ਬਾਣੀ, ਤਿਪਦੇ ਪੜ੍ਹਿਆ ਤੇ ਤਿੰਨ ਬੰਦਾਂ ਵਾਲੀ ਬਾਣੀ। ਇਸੇ ਤਰ੍ਹਾਂ ਫਿਰ ਪਾਤਸ਼ਾਹ ਕਹਿੰਦੇ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਜਿਹਦੇ ਬਾਬਤ ਆਪਾਂ ਰੋਜ਼ ਸਮਝਦੇ ਹਾਂ ਵੀ ਪਰਮ ਪਿਤਾ ਪ੍ਰਮਾਤਮਾ ਜੀ ਇੱਕ ਹਨ, ਤੇ ਇੱਕ ਤੋਂ ਹੀ ਅਨੇਕ ਪੈਦਾ ਹੋਏ, ਤੇ ਅਨੇਕ ਨੂੰ ਹੀ ਹੁਕਮ ਹੈ ਵੀ ਸਤਿਗੁਰ ਸੱਚੇ ਗੁਰੂ ਦੀ ਸੰਗਤ ਕਰਨੀ, ਪ੍ਰਸਾਦ ਭਾਵ ਉਸ ਪ੍ਰਮਾਤਮਾ ਦੀ ਕਿਰਪਾ ਪ੍ਰਾਪਤ ਕਰ ਲੈਣੀ। ਫਿਰ ਪਾਤਸ਼ਾਹ ਕਹਿੰਦੇ, ਛੋੜ ਜਾਹੇ ਸੇ ਕਰੇ ਪਰਾਲ, ਕਾਮ ਨਾ ਆਵੈ ਸੇ ਜੰਜਾਲ। ਪਾਤਸ਼ਾਹ ਕਹਿੰਦੇ, ਐ ਬੰਦਿਆ, ਕਿਹੜੇ ਕੰਮੀ ਲੱਗਿਆ ਹੋਇਆ? ਇਹ ਕੰਮ ਵਾਸਤੇ ਸੰਸਾਰ ਵਿੱਚ ਨਹੀਂ ਸੀ ਆਇਆ, ਜਿਹੜੇ ਕੰਮ ਨੂੰ ਤੂੰ ਇਹ ਬਣਾ ਲਿਆ ਵੀ ਇਹਦੇ ਬਿਨਾਂ ਸਰਦਾ ਨਹੀਂ। ਪ੍ਰਮਾਤਮਾ ਨੇ ਰੋਜੀ ਸਭ ਨੂੰ ਦੇਣੀ ਹੈ, ਉਹ ਦੇ ਰਿਹਾ, ਤੂੰ ਰੋਜੀ ਦੀ ਚਿੰਤਾ ਨਾ ਕਰ। ਪਾਤਸ਼ਾਹ ਕਹਿੰਦੇ, ਨਾਨਕ ਚਿੰਤਾ ਮਤ ਕਰੋ। ਇਹ ਨਹੀਂ ਵੀ ਨਾਨਕ ਚਿੰਤਾ ਨਾ ਕਰੇ, ਨਾਨਕ ਆਖਦਾ ਹੈ ਚਿੰਤਾ ਮਤ ਕਰੋ। ਚਿੰਤਾ ਤਿਸ ਹੀ ਏ, ਉਹਨੂੰ ਚਿੰਤਾ ਏ ਜਿਹਨੇ ਤੈਨੂੰ ਜਗਤ ਵਿੱਚ ਭੇਜਿਆ। ਜੋ ਤੇਰਾ ਮਾਲਕ ਹੈ ਉਹ ਤੇਰੀ ਸੰਭਾਲ ਜ਼ਰੂਰ ਕਰੇਗਾ। ਇੱਕ ਮੈਂ ਇੱਥੇ ਛੋਟਾ ਜਿਹਾ ਉਦਾਹਰਣ ਦੇ ਦੇਵਾਂ ਨਾ, ਜੇ ਮਾਲਕ ਹੋਵੇ ਤੇ ਆਪਣੇ ਨੌਕਰ ਦੀ ਕਹਿ ਲਓ ਜਾਂ ਆਪਣੇ ਗੁਲਾਮ ਦੀ ਕਹਿ ਲਓ, ਸੰਭਾਲ ਜ਼ਰੂਰ ਕਰਦਾ ਹੈ। ਕੋਈ ਨਾ ਇੱਕ ਛੋਟਾ ਜਿਹਾ ਭੇਡੂ ਕਹਿ ਲਓ, ਛੋਟਾ ਜਿਹਾ ਬੱਚਾ, ਉਹਦੇ ਪਿੱਛੇ ਸ਼ੇਰ ਪੈ ਗਿਆ ਜੰਗਲ ਦੇ ਵਿੱਚ। ਹੁਣ ਉਸ ਛੋਟੇ ਜਾਨਵਰ ਦੀ ਸਪੀਡ ਬਹੁਤ ਜ਼ਿਆਦਾ ਸੀ, ਬੜਾ ਭੱਜਿਆ, ਉਹਦੇ ਮੂਹਰੇ ਕਾਫੀ ਦੇਰ ਭੱਜਦਾ ਰਿਹਾ, ਤੇ ਸ਼ੇਰ ਵੀ ਸ਼ਿਕਾਰ ਦੇ ਪਿੱਛੇ ਬੜਾ ਭੱਜਿਆ। ਤੇ ਹੁਣ ਬੜੀ ਸਪੀਡ ਦੇ ਨਾਲ ਉਸ ਭੇਡੂ ਨੇ, ਉਸ ਬੱਚੇ ਨੇ ਇਹ ਸੋਚਿਆ ਵੀ ਇਹ ਤੋਂ ਜਾਨ ਬਚਾਉਣੀ ਹੈ, ਤੇ ਅੱਗੇ ਇੱਕ ਦਲਦਲ ਦਾ ਟੋਭਾ ਆਉਣਾ, ਉੱਥੇ ਜਾਨ ਬਚਾਈ ਜਾ ਸਕਦੀ ਹੈ। ਉਸ ਛੋਟੇ ਬੱਚੇ ਨੇ ਆਪਣੇ ਹਿਸਾਬ ਜੇ ਦੇ ਨਾਲ ਥੋੜੀ ਜਿਹੀ ਸਪੀਡ ਕੰਮ ਕਰਕੇ ਤੇ ਉਸ ਦਲਦਲ ਦੇ ਵਿੱਚ ਛਾਲ ਮਾਰ ਦਿੱਤੀ। ਤੇ ਸਿਆਣਪ ਉੱਥੇ ਉਹਦੀ ਇਹ ਸੀ ਵੀ ਛੋਟੀ ਛਾਲ ਮਾਰਾਂਗੇ ਤੇ ਬਾਹਲੀ ਦੂਰ ਨਹੀਂ ਜਾਣਾ ਪਏਗਾ, ਤੇ ਕੰਢੇ ਜੇ ਤੇ ਜੇ ਦਲਦਲ ਵਿੱਚ ਫਸ ਵੀ ਗਏ
ਤੇ ਨਿਕਲ ਵੀ ਆਵਾਂਗੇ। ਹੁਣ ਸ਼ੇਰ ਦੀ ਜੋ ਸਪੀਡ ਹੈ ਉਹ ਬੜੀ ਹੈ। ਜਦੋਂ ਉਹਨੇ ਛੋਟੀ ਜਿਹੀ ਛਾਲ ਮਾਰ ਕੇ ਉਸ ਦਲਦਲ ਦੇ ਵਿੱਚ ਉਤਰਨਾ ਕੀਤਾ ਤੇ ਸ਼ੇਰ ਨੇ ਜੰਪ ਮਾਰਿਆ, ਜ਼ਿਆਦਾ ਵੱਡੀ ਛਾਲ ਮਾਰੀ ਤੇ ਉਹ ਥੋੜਾ ਦੂਰ ਜਾ ਕੇ ਉਸ ਦਲਦਲ ਦੇ ਵਿੱਚ ਡਿੱਗ ਪਿਆ। ਹੁਣ ਹੈ ਤਾਂ ਦੋਨੋਂ ਦਲਦਲ ਦੇ ਵਿੱਚ, ਤੇ ਉਹ ਭੇਡੂ ਦਾ ਬੱਚਾ ਛੋਟਾ ਜਾਨਵਰ ਸੀ ਜਿਹੜਾ, ਉਹ ਹੱਸਣ ਲੱਗ ਪਿਆ। ਸ਼ੇਰ ਉਹਨੂੰ ਕਹਿੰਦਾ, ਸੱਜਣਾ ਤੇਰੀ ਜਾਨ ਤੇ ਖਤਰੇ ਵਿੱਚ ਸੀ, ਮੈਂ ਤੈਨੂੰ ਖਾ ਜਾਂਦਾ ਤਾਂ ਵੀ ਤੂੰ ਮਰਨਾ ਸੀ, ਤੇ ਮਰ ਹੁਣ ਵੀ ਜਾਣਾ, ਕਿਉਂਕਿ ਇਸ ਦਲਦਲ ਦੇ ਵਿੱਚ ਆਪਾਂ ਥੱਲੇ ਨੂੰ ਵਹਿੰਦੇ ਜਾ ਰਹੇ ਹਾਂ, ਤੇ ਘੰਟੇ ਨੂੰ 2 ਘੰਟਿਆਂ ਨੂੰ ਸ਼ਾਮ ਤੱਕ ਆਪਾਂ ਖਤਮ ਹੋ ਜਾਣਾ। ਤਾਂ ਉਹ ਭੇਡੂ ਕਹਿਣ ਲੱਗਿਆ, ਬੱਚਾ ਕਹਿਣ ਲੱਗਿਆ, ਖਤਮ ਤੂੰ ਹੋ ਜਾਣਾ, ਮੈਂ ਨਹੀਂ ਹੋਣਾ। ਕਹਿਣ ਲੱਗਾ, ਉਹ ਕਿਵੇਂ? ਕਹਿੰਦਾ, ਭਾਵੇਂ ਤੂੰ ਜੰਗਲ ਦਾ ਰਾਜਾ, ਤੇਰੇ ਤੋਂ ਹਰ ਕੋਈ ਡਰਦਾ ਏ, ਪਰ ਇਸ ਦਲਦਲ ਦੇ ਵਿੱਚੋਂ ਤੈਨੂੰ ਕਿਸੇ ਨੇ ਨਹੀਂ ਕੱਢਣਾ, ਤੇ ਮੈਨੂੰ ਕੱਢਣ ਵਾਲਾ ਹੈ, ਕਿਉਂਕਿ ਮੈਂ ਕਿਸੇ ਦਾ ਪਾਲਤੂ ਹਾਂ, ਮੈਨੂੰ ਕਿਸੇ ਨੇ ਪਾਲਿਆ ਹੋਇਆ ਤੇ ਮੇਰਾ ਮਾਲਕ ਹੈ, ਉਹ ਮੈਨੂੰ ਕੱਢੇਗਾ। ਤੇਰਾ ਮਾਲਕ ਕੋਈ ਨਹੀਂ, ਤੈਨੂੰ ਕੌਣ ਕੱਢੇਗਾ? ਤੇ ਇਸ ਛੋਟੀ ਜਿਹੀ ਕਹਾਣੀ ਤੋਂ ਸਿੱਖਿਆ ਬੜੀ ਤਕੜੀ ਮਿਲਦੀ ਹੈ ਵੀ ਜਿਸ ਦਾ ਮਾਲਕ ਹੈ, ਜੋ ਮਾਲਕ ਦਾ ਹੋ ਗਿਆ, ਜਿਹਨੇ ਭਰੋਸਾ ਕਰ ਲਿਆ ਆਪਣੇ ਗੁਰੂ ਪਰਮਾਤਮਾ ਤੇ ਗੁਰੂ ਪਰਮਾਤਮਾ ਆਪਣੇ ਸੇਵਕ ਨੂੰ ਕਦੇ ਡੁੱਬਣ ਨਹੀਂ ਦਿੰਦਾ, ਕਦੇ ਡਿੱਗਣ ਨਹੀਂ ਦਿੰਦਾ। ਤੇ ਫਿਰ ਜਿਹਦਾ ਮਾਲਕ ਹੁੰਦਾ ਨਾ, ਉਹ ਆਪਣੇ ਗੁਆਚੇ ਹੋਏ ਦੀ ਭਾਲ ਵੀ ਕਰਦਾ, ਗਿਣਤੀ ਵੀ ਕਰਦਾ, ਵੀ ਜਦੋਂ ਸ਼ਾਮੀ ਸਾਡੀ ਗਿਣਤੀ ਹੋਵੇਗੀ ਨਾ, ਤੇ ਉਦੋਂ ਜਦੋਂ ਮੈਂ ਉਹਨੂੰ ਨਜ਼ਰ ਨਾ ਆਇਆ ਤੇ ਉਹ ਮੈਨੂੰ ਜੰਗਲ ਵਿੱਚ ਲੱਭਣ ਆਏਗਾ, ਤੇ ਫਿਰ ਉਹਨੂੰ ਮੈਂ ਇੱਥੋਂ ਮਿਲ ਜਾਵਾਂਗਾ ਤੇ ਉਹ ਮੈਨੂੰ ਕੱਢ ਕੇ ਲੈ ਜਾਏਗਾ, ਤੇ ਤੂੰ ਇਸੇ ਦਲਦਲ ਦੇ ਵਿੱਚ ਖਤਮ ਹੋ ਜਾਣਾ ਹੈ। ਤਾਂ ਸੰਗਤ ਜੀ, ਇਸੇ ਤਰ੍ਹਾਂ ਜੋ ਹੰਕਾਰ ਸ਼ੇਰ ਰੂਪ, ਉਹ ਹਮੇਸ਼ਾ ਇਸ ਦੁਨਿਆਵੀ ਦਲਦਲ ਦੇ ਵਿੱਚ ਡੁੱਬਿਆ ਤੇ ਖਤਮ ਹੋ ਜਾਂਦਾ ਹੈ। ਜੋ ਨਿਮਰਤਾ ਭਾਵ ਹੈ, ਮਾਲਕ ਦੇ ਲੜ ਲੱਗਿਆ, ਭਾਵੇਂ ਕਿਸੇ ਧਰਮ ਦੇ ਵਿੱਚ ਵੀ ਹੈ, ਉਹਨੂੰ ਉਹਦਾ ਮਾਲਕ ਬਚਾ ਲੈਂਦਾ। ਤੇ ਪਾਤਸ਼ਾਹ ਕਹਿਣ ਲੱਗੇ, ਛੋੜ ਜਾਹੇ ਸੇ ਕਰੇ ਪ੍ਰਾਲ, ਤੂੰ ਉਹ ਪ੍ਰਾਲ, ਉਹ ਉਪਰਾਲੇ ਕਰਦਾ ਜੋ ਇਸ ਜਗਤ ਵਿੱਚ ਹੀ ਰਹਿ ਜਾਣੇ ਆ। ਕਾਮਨਾ ਆਵੇ ਸੇ ਜੰਜਾਲ, ਜਿਹੜੇ ਧੰਦਿਆਂ ਵਿੱਚ ਲੱਗਿਆ ਹੋਇਆ ਨਾ, ਇਹ ਸਾਰੇ ਧੰਦੇ ਜਗਤ ਵਿੱਚ ਹੀ ਰਹਿ ਜਾਣੇ ਆ। ਹੁਣ ਇਹ ਨਾ ਸਮਝਿਓ ਵੀ ਕਿਤੇ ਕੰਮ ਛੱਡਣ ਦੀ ਗੱਲ ਕਹੀ ਹੈ ਗੁਰੂ ਪਾਤਸ਼ਾਹ ਨੇ। ਗੁਰੂ ਪਾਤਸ਼ਾਹ ਕਹਿੰਦੇ, ਕੰਮ ਕਰ, ਕਿਰਤ ਕਰ, ਪਰ ਕਿਰਤ ਵਿਰਤ ਕਰਨ ਤੋਂ ਪਹਿਲਾਂ ਉਸ ਪਰਮਾਤਮਾ ਨੂੰ ਯਾਦ ਕਰ, ਆਖੋ ਸਤਨਾਮ ਸ੍ਰੀ। ਪਰਮਾਤਮਾ ਦਾ ਸਿਮਰਨ ਕਰਿਆ ਕਰ, ਅੰਮ੍ਰਿਤ ਵੇਲੇ ਜਾਗਿਆ ਕਰ, ਸ਼ਾਮ ਵੇਲੇ ਸੋਦਰ ਦਾ ਪਾਠ ਕਰਕੇ ਸੌਣ ਵੇਲੇ ਪਰਮਾਤਮਾ ਦੀ ਯਾਦ ਵਿੱਚ ਆਪਣੇ ਆਸਣ ਮੰਜੇ ਤੇ ਬਹਿ ਕੇ ਹੀ ਆਖਿਆ ਕਰ, ਅੰਤਰਜਾਮੀ ਪੁਰਖ ਵਿਧਾਤੇ, ਸ਼ਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੁਖ ਕਰ ਸੰਤਨ ਕੀ ਧੂਰੇ। ਆਪਣੇ ਕੀਤੇ ਗੁਨਾਹਾਂ ਦੀ ਮਾਫੀ ਮੰਗ ਕੇ ਪਿਆ ਕਰ, ਤੇ ਜਦੋਂ ਅੰਮ੍ਰਿਤ ਵੇਲੇ ਜਾਗੇ ਉਦੋਂ ਅਰਦਾਸ ਕਰਿਆ ਕਰ, ਪਾਤਸ਼ਾਹ ਤੇਰੀ ਕਿਰਪਾ ਸਦਕਾ ਦਿਨ ਚੜ੍ਹ ਆਇਆ, ਅੰਮ੍ਰਿਤ ਵੇਲਾ ਹੋ ਗਿਆ, ਤੇ ਮੇਰੇ ਇਸ ਹਿਰਦੇ ਸਰੀਰ ਕੋਲੋਂ ਕੋਈ ਮਾੜਾ ਕੰਮ ਨਾ ਹੋਵੇ, ਮੇਰੇ ਕਰਕੇ ਕਿਸੇ ਦਾ ਦਿਲ ਨਾ ਦੁਖੇ, ਪਾਤਸ਼ਾਹ ਮੇਰੇ ਕਰਕੇ ਕਿਸੇ ਦੇ ਮਨ ਨੂੰ ਠੇਸ ਨਾ ਲੱਗੇ। ਤਾਂ ਪਾਤਸ਼ਾਹ ਅੱਗੇ ਕਹਿੰਦੇ, ਸੰਗ ਨਾ ਚੱਲੈ ਤਿਨ ਸਿਉ ਹੀਤ, ਕਹਿੰਦੇ ਇੱਥੇ ਜਿਨ੍ਹਾਂ ਦੇ ਨਾਲ ਤੇਰਾ ਮੋਹ ਪਿਆਰ ਬਣਿਆ, ਕਿਸੇ ਨੇ ਸੰਗ ਨਹੀਂ ਜਾਣਾ। ਸੰਗ ਤੇ ਜਾਣ ਵਾਲਾ ਜੋ, ਉਹ ਤੇਰੇ ਕਰਮ ਨੇ, ਨੇਕੀਆਂ ਚੰਗਿਆਈਆਂ ਨੇ, ਉਹ ਤੇਰੇ ਨਾਲ ਜਾਣਗੀਆਂ। ਜੋ ਵੈਰਾਈ ਸੇ ਮੀਤ, ਜੋ ਤੇਰੇ ਅਸਲ ਦੇ ਵਿੱਚ ਵੈਰੀ ਨੇ, ਉਹੀ ਤੂੰ ਮਿੱਤਰ ਬਣਾ ਰੱਖੇ ਨੇ। ਵੈਰੀ ਕੌਣ ਹੈ? ਤੇਰੀ ਜਿੰਦ ਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤੇ ਇਹਨਾਂ ਨੂੰ ਤੂੰ ਮਿੱਤਰ ਬਣਾਇਆ। ਤਾਂ ਪਾਤਸ਼ਾਹ ਅੱਗੇ ਕਹਿੰਦੇ ਨੇ, ਐਸੇ ਭਰਮ ਭੁਲੇ ਸੰਸਾਰਾ, ਇਸੇ ਭਰਮ ਭੁਲੇਖੇ ਦੇ ਵਿੱਚ ਇਹ ਸੰਸਾਰ ਪਲ ਰਿਹਾ, ਚੱਲ ਰਿਹਾ,
ਇਹ ਭਰਮ ਦੇ ਵਿੱਚੋਂ ਨਹੀਂ ਨਿਕਲਦਾ। ਤਾਂ ਪਾਤਸ਼ਾਹ ਕਹਿੰਦੇ ਜਨਮ ਪਦਾਰਥ ਖੋਏ ਗਵਾਰਾ। ਪਦਾਰਥ ਭਾਵ ਉਸ ਪ੍ਰਮਾਤਮਾ ਦੇ ਘਰੋਂ ਮਿਲੀ ਹੋਈ ਹੈ ਜਨਮ ਜੀਵਨ ਦੀ ਰਾਤ, ਤੇ ਮਨੁੱਖ ਵਿਅਰਥ ਖੋ ਰਿਹਾ, ਇਸ ਜੀਵਨ ਨੂੰ ਸਮਝ ਨਹੀਂ ਰਿਹਾ, ਕਮਾ ਨਹੀਂ ਰਿਹਾ। ਪਾਤਸ਼ਾਹ ਕਹਿੰਦੇ ਜਨਮ ਪਦਾਰਥ ਖੋਏ ਗਵਾਰਾ। ਗਵਾਰ ਤੋਂ ਭਾਵ ਹੁੰਦਾ ਹੈ ਮੂਰਖ, ਗਵਾਰ ਤੋਂ ਭਾਵ ਹੁੰਦਾ ਹੈ ਨਾ ਸੋਝੀ ਰੱਖਣ ਵਾਲਾ, ਬੇਸਮਝ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਫਿਰ ਕੋਈ ਮੂਰਖ ਬੰਦਾ ਹੀ ਆਪਣੇ ਘਰ ਦਾ ਨੁਕਸਾਨ ਕਰ ਸਕਦਾ ਹੈ। ਕੋਈ ਮੂਰਖ ਬੰਦਾ ਹੀ ਆਪਣੇ ਕੱਪੜੇ ਪਾੜੇਗਾ ਪਾਗਲ ਹੋਇਆ, ਕੋਈ ਮੂਰਖ ਬੰਦਾ ਹੀ ਆਪਣੇ ਘਰ ਨੂੰ ਅੱਗ ਲਾਏਗਾ। ਤੇ ਪਾਤਸ਼ਾਹ ਕਹਿਣ ਲੱਗੇ ਫਿਰ ਗਵਾਰ ਆਪਣੇ ਜੀਵਨ ਦਾ ਨੁਕਸਾਨ ਕਰ ਰਿਹਾ। 24 ਘੰਟੇ ਪ੍ਰਮਾਤਮਾ ਨੇ ਦਿੱਤੇ, 24,000 ਸਵਾਸ ਦਿੱਤਾ, ਨਾ ਤੇ ਤੂੰ ਪ੍ਰਮਾਤਮਾ ਦੇ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਦਾਨ ਪੁੰਨ ਕਰਦਾ, ਨਾ ਤੂੰ ਸਮੇਂ ਦਾ ਦਸਵੰਧ ਕੱਢਦਾ ਭਾਵ ਪ੍ਰਮਾਤਮਾ ਦਾ ਸਿਮਰਨ ਕਰਦਾ। ਫਿਰ ਤੂੰ ਕਰਨ ਕੀ ਆਇਆ ਸੰਸਾਰ ਵਿੱਚ? ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਕਿਤ ਕੋ ਫਕੜੇ ਭਾਵ ਸੰਸਾਰਿਕ ਧੰਦਿਆਂ ਵਿੱਚ ਹੀ ਜੀਵਨ ਬੀਤ ਗਿਆ। ਆਪਾਂ ਅਕਸਰ ਕਿਸੇ ਨੂੰ ਕਹਿ ਦਈਏ ਨਾ ਸੁਭਾਵਕ ਵੀ ਗੁਰਦੁਆਰੇ ਆਇਆ ਕਰੋ ਅੰਮ੍ਰਿਤ ਵੇਲੇ ਭਾਈ ਅਰਦਾਸ ਬੇਨਤੀ ਚ, ਕਿੱਥੇ ਜੀ ਟਾਈਮ ਹੀ ਨਹੀਂ ਹੁੰਦਾ, ਕੰਮ ਹੀ ਬੜੇ ਨੇ, ਕੀ ਕਰੀਏ, ਪੇਟ ਵੀ ਤੇ ਪਾਲਣਾ। ਪਾਤਸ਼ਾਹ ਕਹਿੰਦੇ ਜੇ ਤੂੰ ਅੰਮ੍ਰਿਤ ਵੇਲੇ ਗੁਰੂ ਪਰਮਾਤਮਾ ਦੀ ਹਜ਼ੂਰੀ ਵਿੱਚ ਹਾਜ਼ਰੀ ਲਵਾ ਕੇ ਆਪਣੇ ਕੰਮ ਕਰੇਗਾ ਨਾ, ਤੇ ਪੇਟ ਤੇਰਾ ਹੋਰ ਵੀ ਸੋਹਣੇ ਢੰਗ ਨਾਲ ਭਰਨ ਲੱਗ ਜੂਗਾ। 10 ਕਮਾਏ ਹੋਏ ਵੀ ਤੇਰੇ ਵਾਸਤੇ 100 ਦਾ ਕੰਮ ਕਰਨਗੇ। ਕਿਉਂ? ਉਹਨਾਂ ਦੇ ਨਾਲ ਗੁਰੂ ਨਾਨਕ ਦਾ ਨਾਮ ਜੁੜ ਗਿਆ, ਬਰਕਤ ਪੈ ਗਈ ਹੈ। ਆਉਣ ਵਾਲੇ ਦਿਨ ਵਿੱਚ ਬੁਰਾਈਆਂ ਗੁਰੂ ਪਾਤਸ਼ਾਹ ਨੇ ਤੇਰੀਆਂ ਕੱਟ ਦੇਣੀਆਂ। ਇਸ ਕਰਕੇ ਗੁਰੂ ਗੁਰੂ ਜਪ ਮਨ ਹੋਰ, ਗੁਰੂ ਬਿਨਾ ਮੈਂ ਨਾਹੀ ਹੋਰ ਹੈ ਮੇਰੇ ਮਨ, ਗੁਰੂ ਦਾ ਨਾਮ ਧਿਆਇਆ ਕਰ। ਤਾਂ ਪਾਤਸ਼ਾਹ ਜੀ ਰਹਾਉ ਦਾ ਵਿਸਰਾਮ ਦੇ ਕਹਿੰਦੇ ਨੇ ਸਾਚ ਧਰਮ ਨਹੀਂ ਭਾਵੈ ਡੀਠਾ। ਐ ਬੰਦਿਆ ਤੂੰ ਇਸ ਮਾਇਕ ਜੰਜਾਲਾਂ ਦੇ ਵਿੱਚ ਇਤਨਾ ਉਲਝ ਗਿਆ, ਨਾ ਤੈਨੂੰ ਸੱਚ ਚੰਗਾ ਲੱਗਦਾ, ਨਾ ਤੈਨੂੰ ਧਰਮ ਚੰਗਾ ਲੱਗਦਾ, ਨਾ ਤੈਨੂੰ ਸੱਚ ਧਰਮ ਦੀ ਗੱਲ ਚੰਗੀ ਲੱਗਦੀ ਹੈ। ਤੂੰ ਗੁਰੂ ਦੀ ਗੱਲ ਤੋਂ ਬਾਗੀ, ਗੁਰੂ ਦੀ ਮਰਿਆਦਾ ਤੋਂ ਬਾਗੀ, ਆਪਣੇ ਮਨ ਦੀ ਪੁਗਾਉਣਾ, ਗੁਰੂ ਦੀ ਮੱਤ ਨਹੀਂ ਆਪਣੇ ਜੀਵਨ ਵਿੱਚ ਧਾਰਨ ਕਰਦਾ। ਤੇ ਗੁਰੂ ਪਾਤਸ਼ਾਹ ਨੇ ਇਹ ਵੀ ਕਿਹਾ, ਕਹਿੰਦੇ ਗੁਰ ਕੀ ਮੱਤ ਤੂੰ ਲੈ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਇੱਥੇ ਭਗਤੀ ਤੋਂ ਬਿਨਾ ਵੱਡੇ ਵੱਡੇ ਸਿਆਣੇ ਡੁੱਬ ਗਏ, ਪਰ ਸੰਗਤ ਜੀ ਇੱਥੇ ਬੰਦੇ ਦਾ ਹੰਕਾਰ ਹੈ ਜਿਹੜਾ, ਉਹਨੂੰ ਜੇ ਕਹੀਏ ਨਾ ਵੀ ਗੁਰਮਤ ਦਾ ਕੰਮ ਹੈ ਆਹ ਢੰਗ ਨਾਲ ਕਰ ਲਈਏ, ਉਹ ਅੱਗੋਂ ਜਵਾਬ ਦਿੰਦਾ ਹੈ ਵੀ ਸਾਨੂੰ ਪਤਾ ਹੈ, ਅਸੀਂ ਸਿਆਣੇ ਆ, ਤੁਸੀਂ ਕੋਈ ਬਹੁਤੇ ਸਿਆਣੇ ਨਹੀਂ। ਗੱਲ ਸੰਗਤ ਜੀ ਸਿਆਣੇ ਤੇ ਨਿਆਣੇ ਦੀ ਨਹੀਂ, ਗੱਲ ਤੇ ਗੁਰਮਤਿ ਸਿਧਾਂਤਾਂ ਦੀ ਹੈ। ਤੇ ਜੇ ਗੁਰੂ ਤੋਂ ਖੁਸ਼ੀ ਲੈਣੀ ਹੈ ਫਿਰ ਗੁਰੂ ਦੇ ਕਹੇ ਅਨੁਸਾਰ ਚੱਲਣਾ ਪਏਗਾ। ਫਿਰ ਭਾਵੇਂ ਨੁਕਸਾਨ ਹੁੰਦਾ ਹੋ ਜਾਏ, ਜਿਵੇਂ ਭਾਈ ਮੰਝ ਦਾ ਨੁਕਸਾਨ ਹੋਇਆ, ਲੋਕਾਂ ਨੇ ਠੁਕਰਾ ਦਿੱਤਾ, ਘਰ ਪਰਿਵਾਰ ਛੱਡ ਦਿੱਤਾ, ਸਭ ਕੁਝ ਤਿਆਗ ਛੱਡ ਕੇ ਗੁਰੂ ਅਰਜਨ ਦੇਵ ਜੀ ਦਾ ਸਿੱਖ ਬਣਿਆ। ਤੇ ਸੰਗਤ ਜੀ ਫੇਰ ਜਦੋਂ ਸਭ ਕੁਝ ਗੁਰੂ ਪਾਤਸ਼ਾਹ ਤੋਂ ਕੁਰਬਾਨ ਕਰਕੇ ਤੇ ਗੁਰੂ ਦਾ ਆਸਰਾ ਮਿਲਿਆ, ਸਹਾਰਾ ਮਿਲਿਆ, ਤੇ ਉਹਦੇ ਗੁਰੂ ਪਾਤਸ਼ਾਹ ਨੇ ਆਪਣੇ ਗਲ ਨਾਲ ਲਾ ਲਿਆ। ਤੇ ਗੁਰੂ ਦੀ ਖੁਸ਼ੀ ਲੈਣ ਵਾਸਤੇ ਗੁਰੂ ਦੇ ਹੁਕਮ ਨੂੰ ਮੰਨਣਾ ਬਹੁਤ ਹੀ ਜ਼ਰੂਰੀ ਹੈ। ਤਾਂ ਪਾਤਸ਼ਾਹ ਕਹਿਣ ਲੱਗੇ ਸਾਚ ਧਰਮ ਨਹੀਂ ਭਾਵੈ ਡੀਠਾ। ਨਾ ਤੈਨੂੰ ਸੱਚ ਚੰਗਾ ਲੱਗਦਾ ਹੈ, ਨਾ ਧਰਮ ਚੰਗਾ ਲੱਗਦਾ ਹੈ, ਨਾ ਧਰਮ ਦੀ ਗੱਲ ਚੰਗੀ ਲੱਗਦੀ ਹੈ। ਤੇ ਜੇ ਕੋਈ ਗੁਰੂ ਪਾਤਸ਼ਾਹ ਦੀ ਗੱਲ ਕਿਤੇ ਚੋਟ ਤੇਰੇ ਔਗਣ ਤੇ ਕਰ ਵੀ ਜਾਏ, ਤੇ ਤੂੰ ਗੁਰੂ ਦੀ ਵਿਰੋਧਤਾ ਕਰਦਾ, ਗੁਰੂ ਦਾ ਸਤਿਕਾਰ ਨਹੀਂ ਕਰਦਾ, ਇਹ ਨਹੀਂ ਕਹਿੰਦਾ ਗੁਣ ਹੀ ਭਰਿਆ ਮੈਂ ਫਿਰਾਂ, ਮੇਰੇ ਅੰਦਰ ਔਗਣ ਨੇ, ਪਾਤਸ਼ਾਹ ਜੀ ਕਿਰਪਾ ਕਰਕੇ ਤੁਸੀਂ ਇਹ ਚੋਟ ਕੀਤੀ, ਮੇਰਾ ਜੀਵਨ ਬਦਲ ਜਾਏ।
ਤਾਂ ਪਾਤਸ਼ਾਹ ਕਹਿਣ ਲੱਗੇ ਝੂਠ ਧੋ ਸਿਓ ਰਚਿਓ ਮੀਠਾ। ਇਹ ਝੂਠ ਤੂਫਾਨ ਇਤਿਆਦਿਕ ਜ਼ਿੰਦਗੀ ਦੇ ਜੋ ਸਵਾਦ ਨੇ, ਰਸ ਕਸ ਨੇ, ਇਹ ਤੈਨੂੰ ਸਾਰਾ ਕੁਝ ਮਿੱਠਾ ਲੱਗਦਾ ਹੈ। ਜਿਵੇਂ ਪਾਤਸ਼ਾਹ ਕਹਿੰਦੇ ਕੌੜੀ ਵਿਖਿਆ ਮਿੱਠੀ ਕਰਕੇ ਖਾਏ, ਜ਼ਹਿਰ ਹੈ ਖਾ ਰਿਹਾ ਪਰ ਨੁਕਸਾਨ ਅੱਜ ਨਹੀਂ ਹੋ ਰਿਹਾ, ਉਹ ਹੌਲੀ ਹੌਲੀ ਨੁਕਸਾਨ ਤੇ ਕਰੇਗੀ, ਪਰ ਬੰਦੇ ਨੇ ਜ਼ਹਿਰ ਨੂੰ ਮਿੱਠਾ ਕਰ ਲਿਆ। ਜ਼ਹਿਰ ਖਾਣ ਦਾ ਜਿਹੜਾ ਤਰੀਕਾ ਉਹ ਤੇ ਬਦਲ ਲਿਆ, ਭਾਵ ਜ਼ਹਿਰ ਨੂੰ ਮਿੱਠਾ ਕਰ ਲਿਆ। ਜਿਵੇਂ ਆਪਾਂ ਟਿੱਬਿਆਂ ਦੇ ਉੱਪਰ ਤੁੰਮੇ ਹੁੰਦੇ ਆ ਨਾ, ਜਿਹਨੂੰ ਕੌੜ ਤੁੰਮੇ ਕਹਿੰਦੇ ਆ, ਤੇ ਜੇ ਆਪਾਂ ਉਹਦੇ ਸਿੱਧੀ ਬੁਰਕੀ ਵੱਢੀਏ ਨਾ ਉਸ ਕੌੜ ਤੁੰਮੇ ਨੂੰ, ਤੇ ਨਹੀਂ ਖਾਧਾ ਜਾਂਦਾ। ਤੇ ਉਸੇ ਤੁੰਮੇ ਨੂੰ ਤਿਆਰ ਕਰਕੇ ਖਾਈਏ ਤੇ ਖਾਧਾ ਜਾਂਦਾ, ਚੂਰਨ ਬਣ ਜਾਂਦਾ ਤੇ ਬਹੁਤ ਸਾਰੇ ਫਾਇਦੇ ਕਰਦਾ। ਤੇ ਕਈ ਚੀਜ਼ਾਂ ਐਸੀਆਂ ਨੇ ਜੋ ਖਾਣ ਵੇਲੇ ਤੇ ਐ ਲੱਗਦਾ ਵੀ ਬੜੀਆਂ ਵਧੀਆ ਨੇ, ਪਰ ਆਉਣ ਵਾਲੇ ਕੱਲ ਵਿੱਚ ਅੰਦਰ ਖੋਖਲਾ ਕਰ ਦਿੰਦੀਆਂ, ਕਮਜ਼ੋਰ ਕਰ ਦਿੰਦੀਆਂ, ਲੀਵਰ ਖਤਮ ਹੋ ਜਾਂਦਾ, ਕਿਡਨੀ ਖਰਾਬ ਹੋ ਜਾਂਦੀ ਹੈ, ਅੰਦਰੋਂ ਸਰੀਰ ਦੀ ਜਿਹੜੀ ਮਸ਼ੀਨਰੀ ਆ ਉਹ ਕੰਮ ਛੱਡ ਜਾਂਦੀ ਹੈ। ਤੇ ਉਹ ਤੁਸੀਂ ਆਪ ਹੀ ਸਿਆਣੇ ਹੋ ਵੀ ਕਾਹਦੇ ਨਾਲ ਛੱਡਦੀ ਹੈ ਤੇ ਕਿਵੇਂ ਛੱਡਦੀ ਹੈ। ਬਾਦਸ਼ਾਹ ਕਹਿਣ ਲੱਗੇ, ਕਹਿੰਦੇ ਝੂਠ ਧੋ ਸਿਓ ਰਚਿਓ ਮੀਠਾ, ਬੜਾ ਮੋਹਣਾ ਚੰਗਾ ਲੱਗਦਾ ਹੈ। ਫੇਰ ਇਹਦਾ ਸੁਭਾਅ ਦੇਖੋ, ਦਾਤ ਪਿਆਰੀ ਵਿਸਰਿਆ ਦਾਤਾਰਾ। ਦਿੱਤਾ ਤੇ ਪ੍ਰਮਾਤਮਾ ਨੇ ਹੈ, ਦਾਤ ਪਹਿਲਾਂ ਮੰਗਦਾ ਰਿਹਾ, ਪਾਤਸ਼ਾਹ ਮੇਰੀ ਝੋਲੀ ਭਰ। ਸਿੱਧਾ ਜਿਹਾ ਉਦਾਹਰਣ ਇਹ ਹੈ ਵੀ ਪ੍ਰਮਾਤਮਾ ਨੇ ਮੈਨੂੰ ਵੀ 8 ਸਾਲ ਬਾਅਦ ਪੁੱਤਰ ਦਿੱਤਾ। ਮੈਂ ਪ੍ਰਮਾਤਮਾ ਤੋਂ ਪੁੱਤਰ ਨਹੀਂ ਸੀ ਮੰਗਦਾ, ਮੈਂ ਕਹਿੰਦਾ ਸੀ ਮੇਰੇ ਘਰ ਔਲਾਦ ਹੋ ਜਾਏ, ਪਾਤਸ਼ਾਹ ਜਿੰਨੇ ਵੀ ਜੋ ਮਰਜ਼ੀ ਦੇ। 8 ਸਾਲਾਂ ਤੱਕ ਪ੍ਰਮਾਤਮਾ ਅੱਗੇ ਝੋਲੀਆਂ ਅੜਦਾ ਰਿਹਾ ਸਾਰਾ ਪਰਿਵਾਰ। ਪਰ ਜਿਸ ਦਿਨ ਪ੍ਰਮਾਤਮਾ ਨੇ ਦਾਤ ਦਿੱਤੀ ਤੇ ਉਸ ਦਿਨ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਵਾਈ ਤੇ ਇਹੋ ਹੀ ਕਿਹਾ ਵੀ ਬੱਚੇ ਦਾ ਨਾਮ ਹੈ ਜਿਹੜਾ ਗੁਰੂ ਪਾਤਸ਼ਾਹ ਜੀ ਤੁਸੀਂ ਦਿਓ, ਤੇ ਗੁਰੂ ਪਾਤਸ਼ਾਹ ਨੇ ਨਾਮ ਦਿੱਤਾ। ਇਸੇ ਤਰ੍ਹਾਂ ਤਿੰਨੇ ਬੱਚਿਆਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਏ। ਅੱਜ ਤੱਕ ਅਸੀਂ ਕਦੇ ਕੇਕ ਨਹੀਂ ਕੱਟਿਆ, ਅਸੀਂ ਜਨਮ ਦਿਨਾਂ ਤੇ ਬਹੁਤਾ ਖਰਚ ਨਹੀਂ ਕੀਤਾ। ਸਿਰਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਦੇਗ ਤਿਹਾਵਲ ਕੜਾ ਪ੍ਰਸ਼ਾਦ ਬਣਾਓ, ਬੱਚੇ ਤੋਂ ਵੱਧ ਪਾਠ ਕਰਵਾਓ, ਆਪ ਕਰੋ ਸੁਖਮਣੀ ਸਾਹਿਬ, ਜਪਜੀ ਸਾਹਿਬ, ਚੌਪਈ ਸਾਹਿਬ, ਜਿਤਨਾ ਹੋ ਸਕਦਾ ਹੈ ਉਹਦੀ ਅਰਦਾਸ ਗੁਰੂ ਚਰਨਾਂ ਵਿੱਚ ਕਰੋ। ਅਰਦਾਸ ਕਰਵਾਓ ਆਉਣ ਵਾਲੇ ਸਮੇਂ ਵਿੱਚ ਇਹ ਬੁਰਾਈਆਂ ਤੋਂ ਬਚ ਸਕੇ, ਮਾੜੇ ਕਰਮ ਨਾ ਕਰੇ, ਮਾੜੀ ਸੰਗਤ ਨਾ ਕਰੇ, ਜੀਵਨ ਵਿੱਚ ਇੱਕ ਚੰਗੀ ਕਮਾਈ ਕਰੇ, ਨੇਕੀ ਕਰੇ। ਤਾਂ ਸੰਗਤ ਜੀ ਇਹਦੇ ਨਾਲ ਗੁਰਮਤਿ ਦਾ ਜਿਹੜਾ ਕਨਸੈਪਟ ਹੈ ਉਹ ਪੂਰਾ ਹੋ ਜਾਂਦਾ ਹੈ। ਗੁਰਮਤਿ ਦੇ ਨਾਲ ਮਨੁੱਖ ਜੁੜ ਜਾਂਦਾ ਹੈ, ਗੁਰਮਤਿ ਦੇ ਅਨੁਸਾਰ ਗੁਰੂ ਤੋਂ ਖੁਸ਼ੀ ਮੰਗੀ ਜਾਂਦੀ ਹੈ। ਇਹਦਾ ਦੂਸਰਾ ਪੱਖ ਇਹ ਵੀ ਹੈ, ਜਦੋਂ ਪਤਾ ਲੱਗ ਜੇ ਵੀ ਬੱਚੇ ਨੇ ਜਨਮ ਲੈ ਲਿਆ, ਪੁੱਤਰ ਪੈਦਾ ਹੋਇਆ, ਤੇ ਬੰਦਾ ਕਈ ਵਾਰ ਤੇ ਡੀਜਿਆਂ ਦਾ ਇੰਤਜ਼ਾਮ ਵੀ ਕਰੀ ਬੈਠਾ ਹੁੰਦਾ, ਤੇ ਫਿਰ ਉਹ ਡੀਜੇ ਜੇ ਚੱਲਦੇ ਨੇ ਤੇ ਫਿਰ ਆਪ ਸਭ ਸਿਆਣੇ, ਉਦੋਂ ਬਾਅਦ ਨਾਲ ਹੋਰ ਕੀ ਕੁਝ ਚੱਲਦਾ, ਉਵੇਂ ਤੇ ਫਿਰ ਖਾਲੀ ਜਾਂ ਤਾਂ ਨੱਚਿਆ ਵੀ ਨਹੀਂ ਜਾਂਦਾ, ਕਿਉਂ ਪੁੱਤਰ ਦਿੱਤਾ ਪਰਮਾਤਮਾ ਨੇ, ਖੁਸ਼ੀ ਹੈ, ਮਨਾਉਣੀ ਚਾਹੀਦੀ ਹੈ। ਪਰ ਪਾਤਸ਼ਾਹ ਕਹਿਣ ਲੱਗੇ ਇੱਥੇ ਕੀ ਹੈ, ਪਹਿਲਾਂ ਦਾਤ ਮੰਗਦਾ ਸੀ ਝੋਲੀ ਅੱਡ ਅੱਡ, ਤੇ ਅੱਜ ਜੇ ਗੁਰੂ ਪਰਮਾਤਮਾ ਨੇ ਦਾਤ ਦਿੱਤੀ ਤੇ ਦਾਤ ਦੇਣ ਵਾਲੇ ਨੂੰ ਵਿਸਾਰ ਦਿੱਤਾ। ਕੋ ਸਤਨਾਮ ਸ੍ਰੀ, ਕਦੇ ਮੰਗਦਾ ਸੀ ਦੇ, ਤੇ ਜੇ ਉਹਨੇ ਦੇ ਦਿੱਤਾ ਤੇ ਅੱਜ ਭੁੱਲ ਗਿਆ। ਦਾਤ ਪਿਆਰੀ, ਹੁਣ ਪੁੱਤਰ ਤੇ ਚੰਗਾ ਲੱਗਦਾ, ਤੇ ਦਿੱਤਾ ਕਿਹਨੇ ਹੈ ਉਹ ਭੁੱਲ ਗਿਆ। ਦਾਣੇ ਫਸਲ ਹੋਈ, ਫਸਲ ਚੰਗੀ ਲੱਗਦੀ ਹੈ, ਫਸਲ ਦਿੱਤੀ ਕਿਹਨੇ ਹੈ ਉਹਨੂੰ ਭੁੱਲ ਗਿਆ। ਤਾਂ ਪਾਤਸ਼ਾਹ ਕਹਿਣ ਲੱਗੇ ਦਾਤ ਪਿਆਰੀ। ਇਹਦੇ ਬਾਬਤ ਸਾਖੀਆਂ ਕਹਾਣੀਆਂ ਤੇ ਬਹੁਤ ਨੇ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਤਾਂ ਪਾਤਸ਼ਾਹ ਕਹਿਣ ਲੱਗੇ ਜਾਣਾ ਨਹੀਂ ਮਰਨ ਵਿਚਾਰਾ,
पर इस गल तो इस मनुख ने मूंह मोड़ लिया, भुला बैठा भी एक दिन जाना भी है। ये संसार सदैव दी रहैश नहीं। फरीद साहब कहते किथे तंडे मापिया जिन्नी तू जने होए वो तै पासों लद गए तू अजे ना पतीने होए। ये सुपने वांग संसार है ते एक दिन जिमें सुपना टुटदा ना ते मिट्टी दे भांडिया तू भी टुट जाना। असी मिट्टी दे भांडे आ, ये मिट्टी दा शरीर है ते मिट्टी विच मिल जाना है। इस करके जितना चिर इस शरीर विच पंज तत्त काम कर रहे ने उतनी देर समय दा लाहा लै लो सेवा करके सिमरन करके। ना तां इह तन नाल जाए ते ना धन नाल जाए। धन सिकंदर दा भी इत्थे रह गया, धन कौरू बादशाह दा भी इत्थे रह गया, धन रावण दा भी इत्थे रह गया। धन कोई भी नहीं लग्या। जे कोई धन लैके गया तां वो धन लैके गया नाम रूपी जां अपने कर्मा रूपी, जो ने शुभ कर्म बीजे। शुभ कर्म की ने मन हाली किरसानी करनी सरम पानी तन खेत नाम बीज संतोख सुहागा रख गरीबी वेश। इस तरह के कर्म करया कर। तां पातशाह जी कहन लगे फिर बस्त पराई कौठ रोवै। जो अपना है ही नहीं उहदे खातर असीं रोंदे आ, जो साडा है नहीं उहदे खातर रोंदे आ, उहदे खातर भजदे आ। पता भी ये साडे नाल ते नहीं जाना, इत्थे ही रह जाना, पर उहदे खातर रोने आ। पातशाह जी सानू समझाउंदे ते बहुत है, पर संगत जी कोई बिरले ने जेड़े गुरमत नूं समझदे ने ते कमाउंदे ने ते अपने जीवन विच गुरु पातशाह नूं हर वेले चेते रखदे ने। बस्त पराई कोठ रोवै। जो पराया भावे संसार विच जो भी है सब कुछ पराया ते पर किते थोड़ा बहुता नुकसान हो जाए ना बंदा रोंदा है ते सब पराया पर रोंदा है। अपना समझ बैठिया ਇਹ ਕਿਸੇ ਇੱਕ ਦੀ ਗੱਲ ਨਹੀਂ, ਇਹਦੇ ਵਿੱਚ ਮੈਂ ਵੀ ਹਾਂ। ਮਨੁੱਖੀ ਸਰੀਰ ਹੈ ਉਹ ਸਾਰੇ ਨੇ। ਤਾਂ ਪਾਤਸ਼ਾਹ ਜੀ ਕਹਿਣ ਲੱਗੇ ਫਿਰ ਕਰਮ ਧਰਮ ਸਗ ਲਾਈ ਖੋਵੈ। ਫਿਰ ਉਹ ਮਨੁੱਖ ਨੇ ਸਮਝੋ ਆਪਣੇ ਕਰਮ ਤੇ ਧਰਮ ਹਉਮੈ ਦੇ ਅਧੀਨ ਹੋ ਕੇ ਜਾਂ ਮੋਹ ਵਸ ਹੋ ਕੇ ਸਾਰੇ ਹੀ ਖੋ ਦਿੱਤੇ, ਗਵਾ ਦਿੱਤੇ। ਹੁਣ 100 ਪੁੰਨ ਕੀਤਾ ਤੇ ਉਹਦੇ ਵਿੱਚੋਂ ਜੇ ਇੱਕ पुन गलत हो गया जा फिर 100 पुन करके किते होमै जाग गई भी मैं कीता ते तेरा 100 दा 100 व्यर्थ है को सतनाम श्री। जिवें कबीर साहब ने कहता भांग माछली शुरापान जो जो प्राणी खाहे। कोई भंग नशे विशे करदा, शुरा शराब नूं कहंदे ने, भांग माछली मांस मिट्टी इत्यादि कहते जो जो प्राणी खाहे। पुण्य दान जितने भी बंदे ने पुण्य दान वर्त नेम जो भी कीते ने, भावें रोज बाणी पढ़दा भावें बाणी सुनदा, तां कहंदे उसका एक भी फायदा नहीं होया। सबे रसातल जाहे सारे दे सारे खत्म। हजारा पुण्य करदा ते पर जे ये विच कर्म शामिल कर ले ना ਤਾਂ तेरे धर्म के कर्म व्यर्थ ने। माफ करियो ये गुरमत की गल है, गुरबाणी दी है ते करना बंदे ने आपो अपनी मर्जी दी है। साडा ते फर्ज है भी जिवें कबीर साहब ने कह दिता, कबीर कुकर राम को मुतिया मेरो नाओ गला हमारा देवरी जै खिंचै तह जाओ। असी ते परमात्मा दे घर दे कुत्ते हाँ, साडा काम है भौंकना, साडी ड्यूटी लगी है ते हुण साडे भौंकण दे नाल कोई गलत राह तो मुड़दा जां नहीं मुड़दा वो अगे फिर आपे अपनी बणी नवेड़ेगा। तां पातशाह जी कहण लगे कर्म धर्म सगलाई खोवै। फिर पातशाह कहण लगे भाई हुक्म ना बूझै आवण जाने। उस परमात्मा दे हुक्म नूं ना बुझना ते आउण जाण दा गेड़ है।
ਜਨਮ ਮਰਨ ਦੇ ਚੱਕਰ ਵਿੱਚ ਪੈ ਗਿਆ। ਪਾਪ ਕਰੈ ਤਾਂ ਪਛਤਾਣੇ। ਫਿਰ ਜੇ ਪਾਪ ਕਰਦਾ ਹੈ ਜੀਵਨ ਵਿੱਚ ਤੇ ਪਛਤਾਵੇ ਤੋਂ ਬਿਨਾਂ ਕੁਝ ਵੀ ਨਹੀਂ ਮਿਲਣਾ। ਜੋ ਤੁਧ ਭਾਵੈ ਸੋ ਪਰਵਾਣ। हे परम पिता परमात्मा, फिर अरदास है तेरे चरणों ਵਿੱਚ। ਪਾਤਸ਼ਾਹ ਜੀ ਕਿਰਪਾ ਕਰਿਓ, ਤੁਸੀਂ ਸਾਨੂੰ ਚੰਗੀ ਮੱਤ ਬਖਸ਼ ਕੇ ਚਰਨਾਂ ਨਾਲ ਜੋੜਿਓ। ਜੋ ਤੁਹਾਨੂੰ ਭਾਉਂਦਾ ਹੈ ਉਹ ਹੋ ਰਿਹਾ ਹੈ। ਕਿਰਪਾ ਕਰਕੇ ਸਾਨੂੰ ਵਿਕਾਰਾਂ ਵਿੱਚ ਕੱਢ ਲਿਓ। ਅਰਦਾਸ ਵਿੱਚ ਬੜੀ ਤਾਕਤ ਹੈ ਜੀ, ਬਿਰਥੀ ਕਦੇ ਨਾ ਹੋਵਈ। ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਦੋਏ ਹਾਥ ਜੋੜ ਕਰੂੰ ਅਰਦਾਸ, ਤੁਧ ਭਾਵੈ ਤਾਂ ਆਣਾ ਰਾਸ। ਜੇ ਉਹਨੂੰ ਭਾ ਗਈ ਚੰਗੀ ਲੱਗੀ ਤੇ ਰਾਸ ਆ ਜਾਂਦੀ ਹੈ। ਤੇ ਜੇ ਕੋਈ ਅਰਦਾਸ ਵਿੱਚ ਕੁਝ ਵੀ ਮੰਗਦਾ ਏ ਤੇ ਮੈਂ ਗੁਰੂ ਕੀ ਹਜ਼ੂਰੀ ਵਿੱਚ ਕਹਿੰਦਾ ਹਾਂ, ਅੱਜ ਤੱਕ ਗੁਰੂ ਨਾਨਕ ਦੇ ਘਰੋਂ ਕੋਈ ਖਾਲੀ ਨਹੀਂ ਗਿਆ। ਗੱਲ ਇਹ ਹੋ ਸਕਦੀ ਹੈ ਵੀ ਹੋ ਸਕਦਾ ਹੈ ਸਾਡੇ ਕੋਲ ਭਾਂਡਾ ਮੈਲਾ ਹੋਵੇ, ਮੈਲੇ ਭਾਂਡੇ ਵਿੱਚ ਕਦੇ ਅਸੀਂ ਦੁੱਧ ਨਹੀਂ ਪਵਾਉਂਦੇ, ਮੈਲੇ ਭਾਂਡੇ ਵਿੱਚ ਕਦੇ ਖਾਣ ਵਾਲੀ ਵਸਤੂ ਨਹੀਂ ਪਵਾਉਂਦੇ, ਤੇ ਜੀ ਤੋਂ ਪਵਾਉਣੀ ਹੈ ਉਹ ਵੀ ਨਹੀਂ ਪਾਉਂਦਾ। ਉਹ ਵੀ ਕਹਿ ਦਿੰਦਾ ਹੈ ਭਾਂਡਾ ਸਾਫ਼ ਕਰਕੇ ਲਿਆ। ਦੋਧੀ ਤੋਂ ਦੁੱਧ ਪਵਾਉਣਾ, ਭਾਂਡਾ ਮੈਲਾ ਦਿਓ, ਉਹ ਕਹੇਗਾ ਨਹੀਂ ਭਾਂਡਾ ਧੋ ਕੇ ਲਿਆ। ਇਸੇ ਤਰ੍ਹਾਂ ਇਹ ਹਿਰਦੇ ਰੂਪੀ ਭਾਂਡੇ ਨੂੰ ਧੋਣਾ ਤੇ ਗੁਰੂ ਸਾਹਿਬ ਦੇ ਸਾਹਮਣੇ ਭਾਂਡਾ ਹਾਜ਼ਰ ਕਰਨਾ। ਪਾਤਸ਼ਾਹ ਦੇ ਵਿੱਚ ਵਸਤੂ ਪਾ ਦਿਓ ਤੇ ਪਾਤਸ਼ਾਹ ਨੇ ਵਸਤੂ ਪਾ ਦੇਣੀ ਹੈ। ਤੇ ਬਸ ਸਾਨੂੰ ਮੰਗਣ ਦੀ ਜਾਂਚ ਆ ਜਾਏ। ਅੰਤਿਮ ਪੰਕਤੀਆਂ ਵਿੱਚ ਪਾਤਸ਼ਾਹ ਜੀ ਸਮਝਾ ਰਹੇ ਨੇ, ਕਹਿੰਦੇ ਪਾਪ ਕਰੈ ਤਾਂ ਪਛਤਾਣੇ। ਜੋ ਤੁਧ ਭਾਵੈ ਸੋ ਪਰਵਾਣ। ਤੇਰੇ ਭਾਣੇ ਨੂੰ ਕੁਰਬਾਨ। ਮੈਂ ਤਾਂ ਤੇਰੇ ਸੁਭਾਣੇ ਤੇਰੀ ਇਸ ਰਜਾ ਤੋਂ ਕੁਰਬਾਨ ਹਾਂ, ਸਦਕੇ ਹਾਂ। ਨਾਨਕ ਗਰੀਬ ਬੰਦਾ ਜਨ ਤੇਰਾ। ਨਾਨਕ ਆਖਦਾ ਏ ਇਸ ਜਗਤ ਵਿੱਚ ਹੈ ਬ੍ਰਹਮੰਡ ਤਰਲੋਕੀ ਦੇ ਮਾਲਕ, ਇਹ ਗਰੀਬ ਬੰਦਾ ਭਾਵ ਸ਼ਰਧਾ ਤੇ ਭਾਵਨਾ ਨਿਮਾਣਤਾ ਦੇ ਵਿੱਚ ਇਹ ਤੇਰਾ ਹੀ ਭੇਜਿਆ ਹੋਇਆ ਸੰਸਾਰ ਵਿੱਚ ਜੀਵਨ ਬਸਰ ਕਰ ਰਿਹਾ ਹੈ। ਰਾਖ ਲੈ ਸਾਹਿਬ ਪ੍ਰਭ ਮੇਰਾ, ਰਾਖ ਲੈ ਸਾਹਿਬ ਪ੍ਰਭ ਮੇਰਾ। ਅਰਦਾਸ ਹੈ ਮੇਰੇ ਸਾਹਿਬ ਮੇਰੀ ਰੱਖਿਆ ਕਰ, ਮੈਨੂੰ ਪਾਪਾਂ ਗੁਨਾਹਾਂ ਤੋਂ ਬਚਾ ਤੇ ਮੈਨੂੰ ਆਪਣੇ ਚਰਨਾਂ ਦੇ ਵਿੱਚ ਜੋੜ। ਪਾਤਸ਼ਾਹ ਮੈਨੂੰ ਤਾਕਤ ਬਖਸ਼, ਮੈਂ ਤਨ ਮਨ ਧਨ ਕਰਕੇ ਤੁਹਾਡੀ ਸੇਵਾ ਕਰ ਲਵਾਂ, ਕੀਤੇ ਹੋਏ ਪਾਪਾਂ ਨੂੰ ਧੋ ਲਵਾਂ। ਮੇਰੀ ਚਾਦਰ ਹੈ ਜੋ ਪਾਪਾਂ ਕਰਕੇ ਵਿਸ਼ੇ ਵਿਕਾਰਾਂ ਕਰਕੇ ਜਗਤ ਦੇ ਇਸ ਰਹਿੰਦੇ ਹੋਏ ਸੰਸਾਰ ਦੇ ਇਸ ਛਲਾਵੇ ਵਿੱਚ ਮੈਂ ਆਪਣੀ ਚਾਦਰ ਮੈਲੀ ਕਰ ਬੈਠਿਆ। ਕਿਰਪਾ ਕਰਕੇ ਨਾਮ ਦਾ ਸਾਬਣ ਦੇ ਦੇ ਤੇ ਮੈਂ ਆਪਣੀ ਚਾਦਰ ਨੂੰ ਧੋ ਲਵਾਂ ਤੇ ਜੀਵਨ ਸਫਲਾ ਹੋ ਜਾਏ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਪਿਆਰਿਓ ਆਓ ਆਨੰਦ ਸਾਹਿਬ ਦਾ ਪਾਠ ਕਰੀਏ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡਾ ਗੁਰੂ ਕੀ ਗੋਦ ਵਿੱਚ ਬਿਤਾਇਆ ਸਮਾਂ ਸਫਲਾ ਹੋਵੇ।